हाउ आर यू वेलकम टू योर बॉटनी ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀ ਵੈਸਕੂਲਰ ਕੈਂਬੀਅਮ। ਉਹਦੇ ਵਿੱਚ ਆਪਾਂ ਕੈਂਬੀਅਲ ਰਿੰਗ ਦੀ ਐਕਟੀਵਿਟੀ ਪੜ੍ਹੀ ਸੀਗੀ। ਹੁਣ ਆਪਾਂ ਆ ਇੱਕ ਡਾਇਗਰਾਮ ਦੇਖੋ। ਇਹ ਕੰਪਲੀਟ ਡਾਇਗਰਾਮ ਆ ਜਦੋਂ ਸੈਕੰਡਰੀ ਗਰੋਥ ਹੋ ਚੁੱਕੀ ਹੁੰਦੀ ਹੈ ਜਾਂ ਪੂਰੀ ਤਰ੍ਹਾਂ ਸਟੈਮ ਮੈਚਿਓਰ ਹੋ ਜਾਂਦੀ ਆ। ਹੁਣ ਇਹਦੇ ਵਿੱਚ ਦੇਖੋ ਸੈਂਟਰ ਦੇ ਵਿੱਚ ਪਿੱਥ ਆ। ਪਿੱਥ ਤੋਂ ਫਿਰ ਜਿਹੜੀ ਡਿਫਰੈਂਟ ਲੇਅਰਸ ਆਪਾਂ ਰਿੰਗਸ ਦੀ ਗੱਲ ਕੀਤੀ ਸੀਗੀ, ਐਨੂਅਲ ਰਿੰਗਸ, ਸੈਕੰਡਰੀ ਜ਼ਾਈਲਮ, ਸੈਕੰਡਰੀ ਫਲੋਇਮ, ਲੇਟ ਵੁੱਡ, ਅਰਲੀ ਵੁੱਡ। ਆਹ ਦੇਖੋ ਜਿਹੜੀ ਲਾਈਟ ਜਿਹੀ ਆ ਉਹ ਲੇਟ ਵੁੱਡ ਆ ਥੋੜ੍ਹੇ ਜਿਹੇ ਜਿਹੜੇ ਡਾਰਕ ਹੈਗੇ ਆ ਇੱਥੇ ਇਹ ਹੈਗੇ ਆ ਇਹ ਅਰਲੀ ਵੁੱਡ। ਇਹ ਡਾਇਗਰਾਮ ਡਰਾ ਕਰ ਰਹੇ ਹੋ ਤੁਸੀਂ ਅਤੇ ਤੁਹਾਨੂੰ ਫਿਰ ਸਮਝ ਆਏਗਾ ਕਲੀਅਰ ਕੱਟ ਕਿ ਕੀ ਹੈਗਾ ਆ ਟੋਪਿਕ ਜਿਹੜਾ ਅਸੀਂ ਹੁਣ ਪੜ੍ਹਨਾ ਸੀਗਾ। ਕਿ ਇਹਦੇ ਵਿੱਚ ਵੀ ਦੇਖੋ ਕਲੀਅਰ ਕੱਟ ਦਿਖ ਰਿਹਾ ਅਰਲੀ ਵੁੱਡ, ਲੇਟ ਵੁੱਡ, ਬਾਰਕ, ਦੈਨ ਵੈਸਕੂਲਰ ਕੈਂਬੀਅਮ। ਹੁਣ ਬੇਟਾ ਟ੍ਰੋਪੀਕਲ ਰੀਜਨਸ 'ਚ ਜਿਹੜੇ ਵੀ ਪਲਾਂਟਸ ਪ੍ਰੈਜੈਂਟ ਹੁੰਦੇ ਆ ਉਹਨਾਂ ਦੀ ਸਟੈਮ ਜਾਂ ਰੂਟ ਦੇ ਵਿੱਚ ਐਕਟੀਵਿਟੀ ਆਫ ਕੈਂਬੀਅਮ ਜਿਹੜੀ ਆ ਉਹ ਕੌਂਸਟੈਂਟ ਹੁੰਦੀ ਆ। ਮਤਲਬ ਲਗਾਤਾਰ ਜਿੱਦਾਂ ਦੀ ਥਰੂ ਆਊਟ ਦਾ ਸੀਜ਼ਨ ਸੇਮ ਹੀ ਰਹਿੰਦੀ ਹੈ, ਕੌਂਸਟੈਂਟ। ਔਰ ਟੈਂਪਰੇਟ ਏਰੀਆਜ਼ ਦੇ ਵਿੱਚ ਐਕਟੀਵਿਟੀ ਸੀਜ਼ਨਲ ਹੁੰਦੀ ਹੈ। ਮਤਲਬ ਜਦੋਂ ਸੀਜ਼ਨ ਆਉਂਦਾ ਹੈ, ਜਿੱਦਾਂ ਸਪਰਿੰਗ ਸੀਜ਼ਨ ਆਇਆ ਉਦੋਂ ਥੋੜ੍ਹੀ ਤੇਜ਼ ਹੋ ਗਈ, ਫਿਰ ਹੌਲੀ 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 ਕਰਦੀ ਰਹੀ। ਇੱਦਾਂ ਗਰੋਥ ਇਹਨਾਂ ਦੀ ਹੁੰਦੀ ਆ ਜਾਂ ਕੈਂਬੀਅਮ ਫਾਰਮੇਸ਼ਨ ਇੱਦਾਂ ਹੁੰਦਾ ਆ। ਔਰ ਕਈਆਂ ਪਲਾਂਟਸ ਦੇ ਵਿੱਚ ਐਕਟਿਵ ਹੁੰਦੇ ਆ ਸਪਰਿੰਗ ਟੂ ਫਾਰਮ ਸਪਰਿੰਗ ਵੁੱਡ, ਔਰ ਕਈਆਂ ਦੇ ਵਿੱਚ ਆਟਮ 'ਚ ਐਕਟੀਵਿਟੀ ਕੈਂਬੀਅਮ ਦੀ ਘੱਟ ਜਾਂਦੀ ਆ ਟੂ ਫਾਰਮ ਐਨੂਅਲ ਰਿੰਗਸ। ਆ ਜਿਹੜੀ ਰਿੰਗਸ ਬਾਰ-ਬਾਰ ਅਸੀਂ 1 2 3 ਇੱਦਾਂ ਦੇਖ ਰਹੇ ਹਾਂ ਨਾ, ਇਹ ਰਿੰਗਸ ਫਾਰਮ ਹੋਣ ਲਈ ਡਿਫਰੈਂਟ ਸੀਜ਼ਨਸ 'ਚ ਡਿਫਰੈਂਟ ਪਲਾਂਟਸ 'ਚ ਵੇਰੀ ਕਰਦਾ ਆ। ਕੈਂਬੀਅਲ ਐਕਟੀਵਿਟੀ ਜਿਹੜੀ ਆ ਉਹ ਦੇਖਿਆ ਗਿਆ ਆ ਕਿ ਕੰਟਰੋਲਡ ਹੁੰਦੀ ਆ ਬਾਏ ਐਕਸਟਰਨਲ ਐਂਡ ਇੰਟਰਨਲ ਫੈਕਟਰਸ। ਜਿਵੇਂ ਹੁਣ ਫੋਟੋ ਪੀਰੀਅਡ ਹੋ ਗਿਆ, ਲਾਈਟ ਪੀਰੀਅਡ ਹੋ ਗਿਆ, ਗ੍ਰੈਵਿਟੀ ਟੂਵਰਡਸ ਸੋਇਲ, ਵੂੰਡਿੰਗ, ਕੋਈ ਇੰਜਰੀ ਹੋ ਗਈ, ਟੈਂਪਰੇਚਰ ਘੱਟ ਗਿਆ ਵੱਧ ਗਿਆ, ਉਹਨਾਂ ਨਾਲ ਇਹ ਸਾਰੀ ਰਿੰਗਸ ਜਿਹੜੀਆਂ ਫਾਰਮ ਹੋ ਰਹੀਆਂ ਆ 1 2 3 4 5 ਇਹ ਰਿੰਗਸ ਦੀ ਜਿਹੜੀ ਐਕਟੀਵਿਟੀ ਆ ਉਹ ਘੱਟ ਜਾਂਦੀ ਆ, ਵੱਧ ਜਾਂਦੀ ਆ ਜਾਂ ਅਫੈਕਟਡ ਹੁੰਦੀ ਆ ਬਾਏ ਲਾਈਟ ਪੀਰੀਅਡ, ਟੈਂਪਰੇਚਰ, ਇੰਜਰੀ। ਫਿਰ ਲਾਸਟ ਦੇ ਵਿੱਚ ਹੁਣ ਅਸੀਂ ਇਹਦੀ ਪੜ੍ਹਨੀ ਦੇਖਣੀ ਆ। ਤੁਸੀਂ ਡਾਇਗਰਾਮ ਦੇ ਵਿੱਚ ਦੇਖੋਗੇ ਜਦੋਂ ਉਹ ਤਾਂ ਜਿਹੜਾ ਸੀਗਾ TS ਆਫ ਪੂਰਾ ਸੈਕਸ਼ਨ ਕੱਟ ਕਰਦੇ ਹਾਂ। ਤੁਸੀਂ ਸ਼ਾਇਦ ਆਪਣੇ ਟੈਰੀਡੋਫਾਈਟ ਦਾ ਕੋਈ ਸੈਕਸ਼ਨ ਕੱਟ ਵੀ ਕੀਤਾ ਹੋਣਾ ਆ ਸਟੈਮ ਦਾ, ਉਹਦੇ ਵਿੱਚ ਤੁਹਾਨੂੰ ਜਿੱਦਾਂ ਦਾ ਦਿਖਿਆ ਸੀ ਤਕਰੀਬਨ ਉੱਦਾਂ ਦੇ ਹੀ ਦਿਖਦੇ ਆ। ਔਰ ਜੇ ਆਊਟਲਾਈਨ ਡਾਇਗਰਾਮ ਦੇਖਣਾ ਆ ਤਾਂ ਆਊਟਲਾਈਨ ਡਾਇਗਰਾਮ ਇੱਦਾਂ ਦਾ ਦਿਖਦਾ ਹੈ। ਪ੍ਰਾਇਮਰੀ ਜ਼ਾਈਲਮ, ਪ੍ਰਾਇਮਰੀ ਜ਼ਾਈਲਮ, ਪ੍ਰਾਇਮਰੀ ਫਲੋਇਮ, ਇੰਟਰਾਫੈਸੀਕੂਲਰ, ਇੰਟਰਫੈਸੀਕੂਲਰ ਕੈਂਬੀਅਮ ਕੰਬਾਈਨਲੀ ਇਹਨੂੰ ਵੈਸਕੂਲਰ ਕੈਂਬੀਅਮ ਵੀ ਕਹਿ ਦਿੰਦੇ ਆ, ਕੋਰਟੈਕਸ, ਐਪੀਡਰਮਿਸ। ਇਹ ਤਾਂ ਜਸਟ ਜਨਰਲ ਜਿਹਾ ਓਵਰਵਿਊ ਆ। ਡਾਈਕੋਟ ਔਰ ਜਿਮਨੋਸਪਰਮਸ ਅਤੇ ਕੁਛ ਮੋਨੋਕੋਟਸ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ 2 ਮੋਨੋਕੋਟਸ ਇਹ ਇੰਪੋਰਟੈਂਟ ਹੈ, ਤੁਹਾਨੂੰ ਪੁੱਛ ਸਕਦੇ ਆ 1 ਮਾਰਕ। ਯੂਕਾ ਔਰ ਡਰਾਸੀਨਾ, ਇਹਨਾਂ ਦੇ ਵਿੱਚ ਜਿਹੜੀ ਵੈਸਕੂਲਰ ਕੈਂਬੀਅਮ ਆ ਉਹ ਐਕਟਿਵ ਰਹਿੰਦੀ ਆ ਅਤੇ ਰਿਸਪੋਂਸੀਬਲ ਫॉर ਦਾ ਫਾਰਮੇਸ਼ਨ ਆਫ ਵੈਸਕੂਲਰ ਟਿਸ਼ੂਜ਼। ਹੁਣ ਵੈਸਕੂਲਰ ਟਿਸ਼ੂਜ਼ ਮਤਲਬ ਇੱਥੇ ਅਸੀਂ ਸੈਕੰਡਰੀ ਫਲੋਇਮ ਦੀ ਗੱਲ ਕਰਨੀ ਆ। ਔਰ ਡਾਈਕੋਟ ਰੂਟ ਦੇ ਵਿੱਚ ਕੈਂਬੀਅਮ ਜਿਹੜੀ ਆ ਓਰੀਜੀਨੇਟ ਕਰਦੀ ਆ ਫਰੋਮ ਦਾ ਡਿਵੀਜ਼ਨ ਆਫ ਕੰਜਕਟਿਵ ਟਿਸ਼ੂਜ਼ ਐਂਡ ਪਾਰਟਲੀ ਫਰੋਮ ਦਾ ਸੈਲਸ ਆਫ ਪੈਰੀਸਾਈਕਲ। ਹੁਣ ਆ ਜਿਹੜੇ ਜਿੱਦਾਂ ਆਹ ਜ਼ਾਈਲਮ ਔਰ ਫਲੋਇਮ ਵੈਸਕੂਲਰ ਬੰਡਲਸ ਦੇ ਵਿਚਕਾਰ ਜਿਹੜੇ ਸੈਲਸ ਪ੍ਰੈਜੈਂਟ ਹੁੰਦੇ ਆ ਛੋਟੇ ਛੋਟੇ, ਉਹਨਾਂ ਨੂੰ ਅਸੀਂ ਕਹਿੰਦੇ ਆ ਕੰਜਕਟਿਵ ਟਿਸ਼ੂਜ਼। ਠੀਕ ਹੈ, ਉੱਥੇ ਕੈਂਬੀਅਮ ਦੀ ਐਕਟੀਵਿਟੀ ਜਿਹੜੀ ਆ ਉਹ ਹੁੰਦੀ ਆ। ਫਿਰ ਸਟੈਮ ਜਿਹੜੀ ਆ ਉਹਦੇ ਵਿੱਚ ਕੈਂਬੀਅਮ ਓਰੀਜੀਨੇਟ ਕਰਦੀ ਆ ਪ੍ਰੋਕੈਂਬੀਅਮ ਮਤਲਬ ਐਂਬਰੀਓ ਦੇ ਅੰਦਰ ਹੀ ਡਿਵੈਲਪਮੈਂਟ ਸਟਾਰਟ ਹੋ ਜਾਂਦਾ ਆ ਬਿਟਵੀਨ ਮੈਟਾਜ਼ਾਈਲਮ ਮੈਟਾਫਲੋਇਮ। ਹੁਣ ਮੈਟਾਜ਼ਾਈਲਮ ਮੈਟਾਫਲੋਇਮ ਜਿਹੜੇ ਪ੍ਰਾਇਮਰੀ ਜ਼ਾਈਲਮ ਪ੍ਰਾਇਮਰੀ ਫਲੋਇਮ ਨੂੰ ਹੀ ਕਹਿੰਦੇ ਆ।
ठीक है। और इन्हां नूं इंट्राफैसिकुलर कैम्बियम कहंदे आ। ਉਹੀ ਜਿਹੜਾ मैं बनाया ਸੀ कि आ जाइलम है, आ फ्लोइम है, आ वाली ਜਿਹੜੀ है इंट्राफैसिकुलर कैम्बियम ਹੁੰਦੀ है। एडिशनल स्ट्रिप ऑफ कैम्बियम ਜਿਹੜੀ ਆ ਉਹ इंटरफैसिकुलर कैम्बियम इज़ फॉर्म फ्रॉम पेरेन्काइमा प्रेजेंट बिटवीन वैस्कुलर बंडल्स। ਹੁਣ आह एक वैस्कुलर बंडल है, आ दूसरी है। ये विचकार ਜਿਹੜੇ सैल्स मैड्यूलरी सैल्स प्रेजेंट होंगे पैरेन्काइमेटस होंगे, एक्चुअली पैरेन्काइमा ਦੇ बने होंगे आ। तो इन्हां ਦੇ ਵਿਚਕਾਰ ਜਿਹੜੀ कैम्बियम डेवलप होंदी है ਉਹਨੂੰ ਅਸੀਂ इंटरफैसिकुलर कहने आ। फिर इंटरफैसिकुलर कैम्बियम ਜਿਹੜੀ ਆ ਉਹ ਸੈਕੰਡਰੀ ਮੈਰਿਸਟੈਮ ਦੀ ਟਾਈਪ ਆ। ਮੋਨੋਕੋਟਸ ਹੈਵ ਕਲੋਜ਼ਡ ਵੈਸਕੂਲਰ ਬੰਡਲਸ। ਕਲੋਜ਼ਡ ਵੈਸਕੂਲਰ ਬੰਡਲਸ ਦਾ ਮਤਲਬ ਇਹੀ ਆ ਕਿ ਮੋਨੋਕੋਟਸ ਦੇ ਵਿੱਚ ਜ਼ਾइलम ਔਰ ਫਲੋਇਮ ਦੇ ਵਿਚਕਾਰ कैम्बियम रिंग नहीं फॉर्म होंदी हैगी। ਅਸੀਂ ਉਹਨੂੰ ਕਹਿੰਦੇ ਆ सिर्फ ਜ਼ਾइलम ਔਰ ਫਲੋਇਮ ਹੁੰਦੇ ਆ डेवलप, कैम्बियम रिंग नहीं फॉर्म होंदी हैगी। उस टाइप ऑफ वैस्कुलर बंडल्स नूं कहंदे आ क्लोज्ड वैस्कुलर बंडल्स। ਇਹਦੇ ਨਾਲ ਹੀ ਇਹ ਤਾਂ ਵੈਸੇ ਛੋਟੇ ਛੋਟੇ ਪੁਆਇੰਟ ਸੀਗੇ ਜਿਹੜੇ ਯਾਦ ਰੱਖਣ ਲਾਇਕ ਹੈ ਇਸ ਟੌਪਿਕ 'ਚੋਂ। ਇਹਦੇ ਨਾਲ ਹੀ ਆਪਣਾ ਇਹ ਵਾਲਾ ਟੌਪਿਕ ਖਤਮ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਸੈਕਿੰਡ ਟੌਪਿਕ ਪੜ੍ਹਾਂਗੇ ਪੈਰੀਡਮ। ਉਹ ਇਹਦੇ ਅੱਗੇ ਹੀ ਕੋਰਕ कैम्बियम ਜਿਹੜਾ ਅਸੀਂ ਸੈਕਿੰਡ ਪਾਰਟ ਪੜ੍ਹਨਾ ਸੀ, ਉਹ ਉਹਦਾ ਸਟਰਕਚਰ ਆ। टिल दैन गुड बाय बेटा, कीप रिवाइजिंग।